ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ। ਲਗਜ਼ਰੀ ਕਾਰਾਂ ਦੀ ਚੋਰੀ, ਕੈਨੇਡਾ 'ਚ ਬਣਿਆ ਰਾਸ਼ਟਰੀ ਸੰਕਟ। ਪ੍ਰਧਾਨ ਮੰਤਰੀ ਟਰੂਡੋ ਨੇ ਚੋਰੀ ਦੀਆਂ ਘਟਨਾਵਾਂ ਤੇ ਜਤਾਈ ਚਿੰਤਾ। ਕੈਨੇਡਾ ਸਰਕਾਰ ਦੇ ਭਾਰਤ ਪ੍ਰਤੀ ਸੁਰ ਬਦਲਣ ਲੱਗੇ। ਭਾਰਤ ਨਾਲ ਸਬੰਧ ਸੁਧਾਰਨ 'ਚ ਲੱਗੇ ਟਰੂਡੋ ਦੇ ਮੰਤਰੀ। ਪੰਜਾਬੀ ਨਵਿੰਦਰ ਗਿੱਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ। ਨਵਿੰਦਰ ਗਿੱਲ ਤੇ ਲੱਗੇ ਨੇ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼। ਅਤੇ ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉਤੇ ਨਹੀਂ ਪਵੇਗਾ ਵਿੱਤੀ ਬੋਝ। ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਿੱਤਾ ਭਰੋਸਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਵਿੱਚ ਲਗਜ਼ਰੀ ਕਾਰਾਂ ਦੀ ਚੋਰੀ ਰਾਸ਼ਟਰੀ ਸੰਕਟ ਬਣਦਾ ਜਾ ਰਿਹਾ ਹੈ। ਵੱਧਦੀਆਂ ਕਾਰ ਚੋਰੀਆਂ ਤੋਂ ਚਿੰਤਿਤ ਸਰਕਾਰ ਨੇ ਇਸ ਮਹੀਨੇ ਓਟਾਵਾ ਵਿੱਚ ਇੱਕ ਆਟੋ ਥੈਫਟ ਕਾਨਫਰੰਸ ਦਾ ਆਯੋਜਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨਫਰੰਸ ਵਿੱਚ ਕਿਹਾ ਕਿ ਸੰਗਠਿਤ ਅਪਰਾਧ ਨੈਟਵਰਕ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਹੈ। ਚੋਰੀ ਹੋਈਆਂ ਕਾਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ 'ਚ ਵਿਸਥਾਰ ਹੋ ਰਿਹਾ ਹੈ। ਇਹ ਕਾਨਫਰੰਸ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਬੁਲਾਈ ਗਈ ਸੀ ਕਿ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੈ। ਸਰਕਾਰ ਨੇ ਵਾਹਨ ਚੋਰਾਂ ਤੇ ਸਖਤ ਸਜ਼ਾਵਾਂ, ਸਰਹੱਦੀ ਏਜੰਸੀ 'ਚ ਜ਼ਿਆਦਾ ਲੋਕਾਂ ਦੀ ਤੈਨਾਤੀ ਅਤੇ ਮੁੱਖ ਹੈਕਿੰਗ ਯੰਤਰਾਂ ਦੀ ਦਰਾਮਦ ਤੇ ਪਾਬੰਦੀਆਂ ਲਗਾਈਆਂ ਨੇ। ਨਿਗਰਾਨੀ ਦੇ ਚੰਗੇ ਉਪਕਰਨਾਂ ਲਈ ਪੁਲਿਸ ਦੇ ਬਜਟ ਵਿੱਚ ਵਾਧਾ ਕੀਤਾ ਗਿਆ ਹੈ। ਕੈਨੇਡੀਅਨ ਵਾਸੀ ਡੈਨਿਸ ਵਿਲਸਨ ਜਦੋਂ ਵੀ ਆਪਣੀ ਨਵੀਂ SUV ਚਲਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 15 ਮਿੰਟ ਦਾ ਵੱਖਰਾ ਸਮਾਂ ਕੱਢਣਾ ਪੈਂਦਾ ਹੈ। ਇਹ ਸਮਾਂ ਕਾਰ ਦੇ ਸਟੀਅਰਿੰਗ ਵੀਲ, 4 ਟਾਇਰਾਂ ਦਾ ਲੌਕ ਹਟਾਉਣ ਅਤੇ ਪਾਰਕਿੰਗ ਸਥਾਨ ਤੇ ਰੁਕਾਵਟਾਂ ਨੂੰ ਹਟਾਉਣ ਲਈ ਲੱਗਦਾ ਹੈ। ਚਿੰਤਾ ਦੀ ਗੱਲ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਮਾਹਿਰ ਕਾਰ ਚੋਰਾਂ ਤੇ ਸੁਰੱਖਿਆ ਦੇ ਇਹਨਾਂ ਤਰੀਕਿਆਂ ਦਾ ਵੀ ਕੋਈ ਅਸਰ ਨਹੀਂ ਹੋਣ ਵਾਲਾ ਹੈ। ਵਿਲਸਨ ਦੀ ਕਾਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ। ਪਿਛਲੇ ਸਾਲ ਕੈਨੇਡਾ ਭਰ ਵਿੱਚ ਕਾਰਾਂ ਚੋਰੀ ਦੀਆਂ ਘਟਨਾਵਾਂ ਵਿੱਚ 22% ਦਾ ਵਾਧਾ ਹੋਇਆ ਹੈ। ਟੋਰਾਂਟੋ ਵਿੱਚ ਪਿਛਲੇ 6 ਸਾਲਾਂ ਵਿੱਚ ਕਾਰ ਚੋਰੀ ਵਿੱਚ 150% ਵਾਧਾ ਹੋਇਆ ਹੈ। ਚੋਰੀ ਹੋਈਆਂ ਕਾਰਾਂ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ਗਰੁੱਪ ਬਣਾਏ ਗਏ ਨੇ। ਚੋਰਾਂ ਨੇ ਸਰਕਾਰ ਨੂੰ ਵੀ ਨਹੀਂ ਬਖਸ਼ਿਆ। ਰਾਜਧਾਨੀ ਓਟਾਵਾ ਵਿੱਚ ਪੁਰਾਣੇ ਅਤੇ ਮੌਜੂਦਾ ਕਾਨੂੰਨ ਮੰਤਰੀਆਂ ਦੀਆਂ ਟੋਇਟਾ ਹਾਈਲੈਂਡਰ ਕਾਰਾਂ 3 ਵਾਰ ਚੋਰੀ ਹੋ ਚੁੱਕੀਆਂ ਨੇ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰੇ ਪੋਲੀਵਰ ਨੇ ਇਸ ਮੁੱਦੇ ਤੇ ਕਈ ਵਾਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਚੋਰੀ ਦੇ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਅਤੇ ਸਜ਼ਾ ਦੇਣ ਵਿੱਚ ਢਿੱਲ-ਮੱਠ ਕੀਤੀ ਜਾ ਰਹੀ ਹੈ। ਮੈਕਾਂਟੋਨੀਓ ਕਹਿੰਦੇ ਨੇ, ਲੱਗਦਾ ਹੈ ਕਿ ਅਪਰਾਧੀਆਂ ਨੇ ਕਾਰ ਚੋਰੀ ਵਿੱਚ PhD ਕੀਤੀ ਹੋਈ ਹੈ। ਇਸ ਦੇ ਨਾਲ ਹੀ ਕਾਰ ਮਾਲਕਾਂ ਨੇ ਆਪਣੇ ਘਰਾਂ ਵਿੱਚ ਕਾਰ ਸਟੋਰੇਜ ਸਪੇਸ ਨੂੰ ਹੋਰ ਸੁਰੱਖਿਅਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਅਚੋਏ ਲੈਡਰਿਕ ਨੇ ਟੋਰਾਂਟੋ ਵਿੱਚ ਬੋਲਾਰਡ ਬॉयਜ਼ GTA ਕੰਪਨੀ ਸ਼ੁਰੂ ਕੀਤੀ। ਇਹ ਕਾਰ ਚੋਰਾਂ ਤੋਂ ਘਰਾਂ ਨੂੰ ਸੁਰੱਖਿਅਤ ਬਣਾਉਣ ਲਈ ਬੋਲਾਰਡ ਅਤੇ ਹੋਰ ਚੀਜ਼ਾਂ ਸਥਾਪਿਤ ਕਰਦੀ ਹੈ। ਕਾਰ ਚੋਰ ਹੋਂਡਾ CR-V, ਫੈਰਾਰੀ, ਰੇਂਜ ਰੋਵਰ, ਬੈਂਗਲੁਰੂ ਜੀਪ, ਫੋਰਡ 150 ਟਰੱਕਾਂ ਤੇ ਜ਼ਿਆਦਾ ਨਜ਼ਰ ਰੱਖਦੇ ਨੇ। ਕੀਮਤੀ ਕਾਰਾਂ ਦੇ ਸ਼ੌਕੀਨ ਕੁਝ ਲੋਕ ਆਪਣੀਆਂ ਕਾਰਾਂ ਨੂੰ ਗੁਪਤ ਥਾਵਾਂ ਤੇ ਰੱਖਦੇ ਨੇ। ਇੱਥੇ 24 ਘੰਟੇ ਸੁਰੱਖਿਆ ਹੁੰਦੀ ਹੈ ਅਤੇ ਰਾਤ ਨੂੰ ਕੁੱਤੇ ਰੱਖੇ ਜਾਂਦੇ ਨੇ, ਪਰ ਅਜਿਹੀਆਂ ਥਾਵਾਂ ਤੇ ਵੀ ਚੋਰ ਹੱਥ ਸਾਫ਼ ਕਰ ਚੁੱਕੇ ਨੇ। ਕੈਨੇਡਾ ਦੇ ਬੀਮਾ ਬਿਊਰੋ ਅਨੁਸਾਰ ਕਾਰ ਚੋਰੀ ਰਾਸ਼ਟਰੀ ਸੰਕਟ ਪੱਧਰ ਤੇ ਪਹੁੰਚ ਗਈ ਹੈ। ਬੀਮਾ ਕੰਪਨੀਆਂ ਨੂੰ 2022 ਚ ਕਾਰ ਚੋਰੀ ਦੇ ਦਾਅਵਿਆਂ ਤੇ 7300 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਿਆ। ਮੌਂਟਰੀਅਲ ਸਥਿਤ ਟੈਗ ਟਰੈਕਿੰਗ ਦੇ ਵਾਈਸ ਪ੍ਰੈਜ਼ੀਡੈਂਟ ਟ੍ਰੈਡੀ ਮਰਕੈਂਟੋਨੀਓ ਨੇ ਕਿਹਾ ਕਿ ਓਨਟਾਰੀਓ ਵਿੱਚ ਬੀਮਾ ਕੰਪਨੀਆਂ ਤੋਂ ਵਾਹਨ ਟਰੈਕਿੰਗ ਦੀ ਮੰਗ ਪਿਛਲੇ 2 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਕਿਊਬੈਕ ਸੂਬੇ ਵਿੱਚ ਬੀਮਾ ਕੰਪਨੀਆਂ ਨੂੰ ਅਕਸਰ ਉੱਚ ਜੋਖਮ ਵਾਲੀਆਂ ਕਾਰਾਂ ਲਈ ਇੱਕ ਟੈਗ ਸਿਸਟਮ ਦੀ ਲੋੜ ਹੁੰਦੀ ਹੈ। ਵਾਹਨ ਚੋਰੀ ਦੀਆਂ ਘਟਨਾਵਾਂ ਇੱਥੇ ਅਕਸਰ ਵਾਪਰਦੀਆਂ ਰਹੀਆਂ ਨੇ ਕਿਉਂਕਿ ਚੋਰ ਦੇਸ਼ ਤੋਂ ਬਾਹਰ ਵਾਹਨ ਭੇਜਣ ਲਈ ਮੌਂਟਰੀਅਲ ਦੀ ਬੰਦਰਗਾਹ ਦੀ ਵਰਤੋਂ ਕਰਦੇ ਨੇ। ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤੇ ਸੁਧਰ ਸਕਦੇ ਨੇ। ਕੈਨੇਡਾ 'ਚ ਸਿੱਖ ਵੱਖਵਾਦੀ ਦੀ ਹੱਤਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਕੂਟਨੀਤਿਕ ਵਿਵਾਦ ਦਰਮਿਆਨ ਕੈਨੇਡਾ ਦੇ ਸੁਰ ਹੁਣ ਬਦਲਦੇ ਨਜ਼ਰ ਆ ਰਹੇ ਨੇ। ਪਿਛਲੇ ਕੁਝ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਨੇ, ਪਰ ਹੁਣ ਲੱਗਦਾ ਹੈ ਕਿ ਕੈਨੇਡਾ ਇਹਨਾਂ ਸਬੰਧਾਂ ਨੂੰ ਸੁਧਾਰਨਾ ਚਾਹੁੰਦਾ ਹੈ। ਕੈਨੇਡਾ ਦੀ ਮੰਤਰੀ ਮੈਰੀ ਐਂਜੀ ਨੇ ਭਾਰਤ ਨਾਲ ਸਬੰਧ ਸੁਧਾਰਨ ਦੇ ਸੰਕੇਤ ਦਿੱਤੇ ਨੇ। ਉਹਨਾਂ ਨੇ ਕਿਹਾ, ਮੈਂ ਅਗਲੇ ਕੁਝ ਦਿਨਾਂ ਵਿੱਚ WTO ਜਾਵਾਂਗੀ ਅਤੇ ਉੱਥੇ ਆਪਣੇ ਹਮਰੁਤਬਾ ਪਿਊਸ਼ ਗੋਇਲ ਨੂੰ ਮਿਲਾਂਗੀ। ਭਾਰਤ ਅਤੇ ਕੈਨੇਡਾ ਵਿਚਾਲੇ ਅਰਲੀ ਹਾਰਵੈਸਟ ਟ੍ਰੇਡ ਐਗਰੀਮੈਂਟ ਤੇ ਗੱਲਬਾਤ ਰੁਕਣ ਦੇ 6 ਮਹੀਨਿਆਂ ਬਾਅਦ ਇਸ ਨੂੰ ਮੁੜ ਸ਼ੁਰੂ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ। ਕੈਨੇਡਾ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਂਗ ਨੇ ਇਸ ਹਫ਼ਤੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਯਾਨੀ WTO ਦੇ ਮੰਤਰੀ ਪੱਧਰੀ ਉੱਚ ਪੱਧਰੀ ਸੰਪਰਕ ਮੁੜ ਸਥਾਪਿਤ ਕੀਤੇ ਜਾ ਸਕਦੇ ਨੇ। ਮੀਟਿੰਗ ਵਿੱਚ ਐਂਜੀ ਨੇ ਕਿਹਾ, ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਕੈਨੇਡੀਅਨ ਉਦਯੋਗਾਂ ਅਤੇ ਭਾਰਤ ਵਿਚਕਾਰ ਗਤੀਵਿਧੀ ਜਾਰੀ ਹੈ ਅਤੇ ਅਸੀਂ ਜਾਂਚ ਦੇ ਉਤਸ਼ਾਹਜਨਕ ਸੰਕੇਤ ਦੇਖ ਰਹੇ ਹਾਂ ਜੋ ਯਕੀਨੀ ਤੌਰ ਤੇ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣ ਅਤੇ ਵਪਾਰ ਮੰਤਰੀ ਵਿਕਟਰ ਫੈਡਲੀ ਦੇ ਦੌਰੇ ਤੋਂ ਪਹਿਲਾਂ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਸ ਮਹੀਨੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਦੇ ਭਾਰਤ ਦੌਰੇ ਨਾਲ ਕੁਝ ਚਰਚਾ ਸ਼ੁਰੂ ਹੋ ਚੁੱਕੀ ਹੈ।
ਕੈਨੇਡਾ ਵਿੱਚ ਪਤਨੀ ਦਾ ਛੁਰੇ ਮਾਰ ਕੇ ਕਤਲ ਕਰਨ ਵਾਲੇ ਨਵਿੰਦਰ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 3 ਬੱਚਿਆਂ ਦੀ ਮਾਂ ਹਰਪ੍ਰੀਤ ਕੌਰ ਗਿੱਲ 7 ਦਸੰਬਰ 2022 ਨੂੰ ਸਰੀ ਦੇ ਇੱਕ ਘਰ ਵਿੱਚ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਸਰੀ ਦੇ 66 ਐਵੇਨਿਊ ਦੇ 12700 ਬਲਾਕ ਵਿਚਲੇ ਘਰ ਵਿੱਚ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਨਵਿੰਦਰ ਗਿੱਲ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਜੂਨ 2023 ਵਿੱਚ ਆਪਣਾ ਗੁਨਾਹ ਕਬੂਲ ਵੀ ਕਰ ਲਿਆ ਸੀ। BC ਦੀ ਪ੍ਰੋਵਿੰਸ਼ੀਅਲ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਨਵਿੰਦਰ ਗਿੱਲ 10 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਆਈ ਹਿੱਟ ਦੇ ਬੁਲਾਰੇ ਸਾਰਜੈਂਟ ਟਿਮਥੀ ਪਿਰੋਟੀ ਨੇ ਕਿਹਾ ਕਿ ਜੀਵਨ ਸਾਥੀ ਨਾਲ ਹਿੰਸਾ ਦੀਆਂ ਘਟਨਾਵਾਂ ਪਰਿਵਾਰਾਂ ਅਤੇ ਕਮਿਊਨਿਟੀਜ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ। ਸਰੀ RCMP ਦੀ ਪੀੜਿਤ ਸੇਵਾਵਾਂ ਇਕਾਈ ਅਤੇ BC ਦੇ ਬਾਲ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੱਚਿਆਂ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਦਾਲਤੀ ਸੁਣਵਾਈ ਦੌਰਾਨ ਨਵਿੰਦਰ ਗਿੱਲ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਲ ਆਪਣੀ ਗਲਤੀ ਮੰਨ ਗਿਆ ਹੈ ਅਤੇ ਉਸ ਨੂੰ ਆਪਣੇ ਕੀਤੇ ਤੇ ਬੇਹੱਦ ਅਫਸੋਸ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਕੌਰ ਉੱਤਰਾਖੰਡ ਦੀ ਰਹਿਣ ਵਾਲੀ ਸੀ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ NDP ਨਾਲ ਫਾਰਮਾਕੇਅਰ ਬਾਰੇ ਕੀਤੇ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ ਤੇ ਇਸ ਨਾਲ ਖਜ਼ਾਨੇ ਉੱਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ। ਸ਼ੁੱਕਰਵਾਰ ਨੂੰ NDP ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਲਿਬਰਲਾਂ ਨਾਲ ਫਾਰਮਾਕੇਅਰ ਬਾਰੇ ਹੋਈ ਡੀਲ ਨੂੰ ਅਮਲੀ ਰੂਪ ਮਿਲਣ ਵਾਲਾ ਹੈ। ਇਸ ਡੀਲ ਤਹਿਤ ਹਰ ਕੈਨੇਡੀਅਨ ਜਿਸ ਕੋਲ ਹੈਲਥ ਕਾਰਡ ਹੈ ਨੂੰ ਡਾਇਬੀਟੀਜ਼ ਦੀ ਦਵਾਈ ਤੇ ਗਰਭ ਨਿਰੋਧਕ ਦਵਾਈ ਮੁਫਤ ਮਿਲੇਗੀ। ਦੋਵਾਂ ਪਾਰਟੀਆਂ ਦਰਮਿਆਨ ਹੋਏ ਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਦੇ ਮਜ਼ਬੂਤ ਥੰਮ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਦੇ ਇੱਕ ਹਿੱਸੇ ਨੂੰ ਹਾਲ ਦੀ ਘੜੀ ਕਵਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਇਸ ਹਫ਼ਤੇ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੋਲਿਸ਼ ਮਿਲਟਰੀ ਟਿਕਾਣੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਵਿੱਤੀ ਤੌਰ ਉੱਤੇ ਜ਼ਿੰਮੇਵਾਰ ਰਹਿੰਦਿਆਂ ਉਹਨਾਂ ਦੀ ਸਰਕਾਰ ਕੈਨੇਡੀਅਨਜ਼ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ 2026-27 ਦੇ ਸ਼ੁਰੂ ਵਿੱਚ ਘਾਟੇ ਨੂੰ GDP ਦਾ 1% ਤੋਂ ਹੇਠਾਂ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਵਿੱਤੀ ਵਰ੍ਹੇ ਦੇ ਘਾਟੇ ਨੂੰ ਬਸੰਤ ਵਿੱਚ ਪੇਸ਼ ਕੀਤੇ ਬਜਟ ਵਿੱਚ ਦਰਸਾਏ ਗਏ $40.1 ਬਿਲੀਅਨ ਜਾਂ ਇਸ ਤੋਂ ਘੱਟ ਰੱਖਣ ਦਾ ਤਹੱਈਆ ਪ੍ਰਗਟਾਇਆ ਹੈ। ਮਾੜੀ ਵਿੱਤੀ ਸਥਿਤੀ ਦੇ ਚਲਦਿਆਂ ਓਨਟਾਰੀਓ ਕਾਲਜਿਸ ਤੇ ਯੂਨੀਵਰਸਿਟੀਜ਼ ਮੰਤਰੀ ਵੱਲੋਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਜ਼ ਲਈ ਫੰਡਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਨਵੰਬਰ ਵਿੱਚ ਜਾਰੀ ਕੀਤੀ ਗਈ ਤੇ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਕਾਲਜਿਸ ਤੇ ਯੂਨੀਵਰਸਿਟੀਜ਼ ਨੂੰ ਪ੍ਰੋਵਿੰਸ ਵੱਲੋਂ ਦਿੱਤੇ ਜਾਣ ਵਾਲੇ ਘੱਟ ਫੰਡਾਂ ਤੇ 2019 ਵਿੱਚ ਟਿਊਸ਼ਨ ਫੀਸਾਂ ਵਿੱਚ ਆਈ ਕਟੌਤੀ ਕਾਰਨ ਇਸ ਸੈਕਟਰ ਨੂੰ ਵਿੱਤੀ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਘਰੇਲੂ ਵਿਦਿਆਰਥੀਆਂ ਲਈ ਜਨਤਕ ਤੌਰ ਉੱਤੇ ਸਹਿਯੋਗ ਪ੍ਰਾਪਤ ਕਾਲਜਿਸ ਲਈ ਫੰਡ ਹੋਰ ਕਿਸੇ ਵੀ ਪ੍ਰੋਵਿੰਸ ਨਾਲੋਂ ਓਨਟਾਰੀਓ ਵਿੱਚ ਸਭ ਤੋਂ ਘੱਟ ਨੇ, ਜਦਕਿ ਕਾਉਂਸਲ ਆਫ ਓਨਟਾਰੀਓ ਯੂਨੀਵਰਸਿਟੀਜ਼ ਦਾ ਕਹਿਣਾ ਹੈ ਕਿ ਘੱਟੋ-ਘੱਟ 10 ਯੂਨੀਵਰਸਿਟੀਜ਼ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਿਰਾਂ ਦੇ ਪੈਨਲ ਵੱਲੋਂ ਇੱਕ ਵਾਰ ਲਈ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਹਰੇਕ ਵਿਦਿਆਰਥੀ ਲਈ 10% ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਟਿਊਸ਼ਨ ਫੀਸਾਂ ਵਿੱਚ 5% ਵਾਧਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਵਿੱਚ ਵੀ ਬਰਾਬਰ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੀਮੀਅਰ ਡਗ ਫੋਰਡ ਨੇ ਪਹਿਲਾਂ ਹੀ ਟਿਊਸ਼ਨ ਫੀਸਾਂ ਵਿੱਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਕਾਲਜਿਸ ਐਂਡ ਯੂਨੀਵਰਸਿਟੀਜ਼ ਮੰਤਰੀ ਜਿਲ ਡਨਲਪ ਵੱਲੋਂ ਇਸ ਸਬੰਧ ਵਿੱਚ ਐਲਾਨ ਕੀਤਾ ਜਾਵੇਗਾ। ਸੋਮਵਾਰ ਤੋਂ ਟੋਰਾਂਟੋ ਤੇ GTA ਦੇ ਟ੍ਰਾਂਜ਼ਿਟ ਰਾਈਡਰਜ਼ ਲਈ ਦੋਹਰਾ ਕਿਰਾਇਆ ਦੇਣਾ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ। 26 ਫਰਵਰੀ ਤੋਂ ਸ਼ੁਰੂ ਕਰਕੇ ਜੇ ਤੁਸੀਂ TTC ਤੇ ਹੋਰਨਾਂ GTA ਟ੍ਰਾਂਜ਼ਿਟ ਏਜੰਸੀਆਂ ਦਰਮਿਆਨ ਸਫ਼ਰ ਕਰਦੇ ਹੋਏ ਟ੍ਰਾਂਸਫਰ ਕਰਦੇ ਹੋ ਤਾਂ ਤੁਹਾਡੇ ਤੋਂ ਸਿਰਫ ਇੱਕ ਵਾਰ ਹੀ ਕਿਰਾਇਆ ਵਸੂਲਿਆ ਜਾਵੇਗਾ। ਇਸ ਨਾਲ TTC ਵੀ ਹੁਣ GTA ਦੇ ਹੋਰਨਾਂ ਟ੍ਰਾਂਜ਼ਿਟ ਆਪਰੇਟਰਸ ਜਿਨ੍ਹਾਂ ਵਿੱਚ ਗੋ ਟ੍ਰਾਂਜ਼ਿਟ ਤੇ ਦਰਹਾਮ, ਬਰੈਂਪਟਨ, ਮਿਸੀਸਾਗਾ ਤੇ ਯਾਰਕ ਰੀਜਨ ਦੇ ਲੋਕਲ ਟ੍ਰਾਂਜ਼ਿਟ ਭਾਈਵਾਲ ਵੀ ਸ਼ਾਮਲ ਨੇ ਦੀ ਕਤਾਰ ਵਿੱਚ ਸ਼ਾਮਲ ਹੋ ਜਾਵੇਗਾ। ਇਹ ਸਾਰੇ ਟ੍ਰਾਂਜ਼ਿਟ ਭਾਈਵਾਲ 2 ਸਾਲ ਪਹਿਲਾਂ ਹੀ ਇੱਕ ਕਿਰਾਏ ਵਾਲਾ ਸਿਸਟਮ ਲਾਗੂ ਕਰ ਚੁੱਕੇ ਨੇ। TTC ਅਨੁਸਾਰ UP ਐਕਸਪ੍ਰੈਸ ਜੋ ਕਿ 에ਅਰਪੋਰਟ ਰੇਲ ਲਿੰਕ ਹੈ ਜਿਹੜਾ ਯੂਨੀਅਨ ਸਟੇਸ਼ਨ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਨਾਲ ਜੋੜਦਾ ਹੈ, ਨੂੰ ਇਕਹਿਰੇ ਭਾੜੇ ਵਾਲੇ ਇਸ ਪ੍ਰੋਗਰਾਮ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੀਆਂ ਤਕਨੀਕੀ ਦਿੱਕਤਾਂ ਨੇ। ਜਦੋਂ ਇੱਕ ਸਿਸਟਮ ਤੋਂ ਦੂਜੇ ਸਿਸਟਮ ਰਾਹੀਂ ਲੋਕ ਸਫ਼ਰ ਕਰਨਗੇ ਤਾਂ ਰਾਈਡਰਸ ਤੋਂ ਉਹ ਕਿਰਾਇਆ ਵਸੂਲਿਆ ਜਾਵੇਗਾ ਜਿਹੜਾ ਜ਼ਿਆਦਾ ਹੋਵੇਗਾ। ਮਿਸਾਲ ਦੇ ਤੌਰ ਤੇ ਜਦੋਂ ਰਾਈਡਰਸ TTC ਤੋਂ ਕਿਸੇ ਲੋਕਲ ਟ੍ਰਾਂਜ਼ਿਟ ਸਿਸਟਮ ਰਾਹੀਂ ਸਫ਼ਰ ਕਰਨਗੇ ਤਾਂ ਉਹਨਾਂ ਤੋਂ TTC ਦਾ ਕਿਰਾਇਆ ਹੀ ਲਿਆ ਜਾਵੇਗਾ, ਜਦਕਿ TTC ਤੋਂ ਗੋ ਟ੍ਰਾਂਜ਼ਿਟ ਦੇ ਸਫ਼ਰ ਉੱਤੇ ਜਾਣ ਵਾਲਿਆਂ ਨੂੰ TTC ਦੇ ਕਿਰਾਏ ਵਿੱਚ ਛੋਟ ਮਿਲੇਗੀ। ਲੋਕਲ ਟ੍ਰਾਂਜ਼ਿਟ ਸਿਸਟਮ ਉੱਤੇ ਟ੍ਰਿਪ ਸ਼ੁਰੂ ਹੋਣ ਤੋਂ 2 ਘੰਟੇ ਤੱਕ ਇਹ ਟ੍ਰਾਂਸਫਰਜ਼ ਜਾਇਜ਼ ਮੰਨੀਆਂ ਜਾਣਗੀਆਂ, ਜਦਕਿ ਗੋ ਟ੍ਰਾਂਜ਼ਿਟ ਲਈ 3 ਘੰਟਿਆਂ ਵਾਸਤੇ ਇਹ ਜਾਇਜ਼ ਰਹਿਣਗੀਆਂ।
इस अंदाजे मुताबक इकहरे किराए वाले इस सिस्टम नाल नियमित तौर उत्ते टीटीसी ते गो ट्रांजिट दरमियान सफर करन वाले विद्यार्थियों नूं साल दी $1600 दी बचत होवेगी। यूक्रेन ते पोलैंड दे 3 रोज़ा दौरे उत्ते गए प्रधानमंत्री जस्टिन ट्रूडो ने अपने दौरे के आखिरी दिन कैनेडा के डिफेंस सिस्टम उत्ते कीते जा रहे खर्चे के पद्धर का पक्ष पूरिया। ट्रूडो ने आख्या कि कैनेडा 31 नाटो भाईवालों विचों डिफेंस उत्ते खर्चा करन वाला 7वां सब तो वड्डा मुल्क है, पर उन्हां ये भी आख्या कि इस पासे अजे होर बहुत कुछ करना बाकी है। उन्होंने पोलैंड के प्रधानमंत्री डोनाल्ड टस्क नाल मुलाकात की, जिन्हां ने आख्या कि यह जरूरी हो जाता है कि पश्चिमी मुल्क एकजुट होकर रूस वालों पैदा किए जा रहे ग्लोबल खतरे नाल नजिठन। टस्क ने आख्या कि वो इस गल नाल सहमत ने कि सही डिफेंस तैयार करने लई नाटो देर सवेर लोड़ींदे खर्चिਆਂ ਦੇ पद्धर तक पहुंच जाएगा। उन्होंने भी आख्या कि कैनेडा यूरोप ते पोलैंड लई सब तो अहम ते कीमती भाईवालों विचों एक है। ਤੁਹਾਨੂੰ ਦੱਸ ਦਈਏ ਕਿ ਟਰੂਡੋ ਨੇ ਸ਼ਨੀਚਰਵਾਰ ਨੂੰ ਕੀਵ ਪਹੁੰਚਣ ਮਗਰੋਂ ਇਹ ਆਖਿਆ ਸੀ ਕਿ ਕੈਨੇਡਾ ਯੂਕਰੇਨ ਲਈ ਸਮਰਥਨ ਦੇਣਾ ਜਾਰੀ ਰੱਖੇਗਾ। ਫਿਰ ਉਹਨਾਂ ਟਸਕ ਤੇ ਪ੍ਰੈਜ਼ੀਡੈਂਟ ਆਂਦਰੇਸ ਡੂਡਾ ਨਾਲ ਵਾਰਸਾ ਵਿੱਚ ਪ੍ਰੈਜ਼ੀਡੈਂਸ਼ੀਅਲ ਪੈਲੇਸ ਵਿੱਚ ਮੁਲਾਕਾਤ ਕੀਤੀ। ਰੱਖਿਆ ਮੰਤਰੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਯੂਕਰੇਨੀ ਸਰਕਾਰ ਤੋਂ ਇਹ ਪੁੱਛਿਆ ਗਿਆ ਹੈ ਕਿ ਕੈਨੇਡੀਅਨ 에ਅਰ ਡਿਫੈਂਸ ਸਿਸਟਮ ਸੰਬੰਧੀ ਡੋਨੇਸ਼ਨ ਵਿੱਚ ਅਣਮਿੱਥੇ ਸਮੇਂ ਲਈ ਹੋ ਰਹੀ ਦੇਰ ਦੇ ਚਲਦਿਆਂ ਉਹ ਉਹਨਾਂ ਦੀ ਮਦਦ ਕਿਵੇਂ ਕਰ ਸਕਦੇ ਨੇ। पॉलिश मिलिटरी ट्रेनिंग सेंटर उत्ते पत्रकारां नाल गलबात करदिआं बलेयर ते वित्त मंत्री क्रिस्टिया फ्रीलैंड ने यह गल आखी है। इस मिलिटरी टिकाणे उत्ते कैनेडियन हथियारबंद सेनावां यूक्रेनी मिलिटरी कर्मचारियों नूं ट्रेनिंग दे रही ने। पत्रकारां वल्लों रखिया मंत्री तो यह पुछया गया सी कि कैनेडा ने 1 साल तो भी वध समां पहलां एयर डिफेंस सिस्टम यूक्रेन नूं डिलीवर करन दा तहैया प्रगटाया सी, पर इस पासे वल हले कोई हिलजुल नहीं हो रही है। इस दे जवाब विच बलेयर ने आख्या कि कैनेडा अजे भी इस डोनेशन लई कोई समा सीमा नहीं दस सकदा, पर असी उन्हां दी मदद लई होर राह लभ रहे हां। इत्थे दसना बनदा है कि कैनेडा ने जनवरी 2023 विच जमीन तो हवा विच मार करन वाला मिसाइल सिस्टम जिस नूं NASAMS वजों भी जाणिया जांदा है यूक्रेन नूं डोनेट करन दा ऐलान कीता सी। इस लई पिछले साल मार्च विच $406 मिलियन की रकम भी कैनेडा वालों अदा की गई। एक पासे जिथे बलेयर ते फ्रीलैंड पॉलिश मिलिटरी टिकाणे का दौरा करने लई पहुंचे हुए सन, उत्थे ही प्रधानमंत्री जस्टिन ट्रूडो अणएलाने दौरे उत्ते शनिचरवार नूं यूक्रेन विच सन, जिथे उन्हां यूक्रेन नाल एकजुटता का मुजाहरा कीता ते जंग नाल झंबे इस मुल्क नूं वधेरे फौजी ते वित्ती मदद मुहैया करवाउण दा तहैया प्रगटाया। 2 धोखेबाजां ने पंजाब वासी पति पत्नी नूं कैनेडा भेजण दा झांसा दे के उन्हां दा पासपोर्ट खो लिया। धोखेबाजां ने पति पत्नी नूं इस तरह भरोसे च लिया कि उन्हां ने $1.25 लाख कैनेडियन डॉलर च बदलण दे नां ते भी गबन कर लए। कुल मिला के पति पत्नी $19,55,000 की ठगी का शिकार हो गए ने। दिल्ली के कनॉट प्लेस थाने च मामला दर्ज किया गया है। पुलिस नूं दित्ती शिकायत च पीड़ित कुलविंदर सिंह वासी जलंधर पंजाब ने दस्सिया कि दिसंबर 2023 ਚ अपनी पत्नी मनजीत कौर ਅਤੇ ਭਰਾ ਧੀਰਜ ਕੁਮਾਰ ਨਾਲ ਚੰਡੀਗੜ੍ਹ ਘੁੰਮਣ ਗਿਆ ਸੀ, ਜਿੱਥੇ ਉਹ ਇੱਕ ਮਾਲ ਵਿਖੇ ਸੌਰਭ ਸਿੰਗਲਾ ਅਤੇ ਸਾਹਿਲ ਨੂੰ ਮਿਲੇ। ਦੋਵਾਂ ਨੇ ਕੈਨੇਡਾ ਐਮਬੈਸੀ ਚੰਡੀਗੜ੍ਹ ਵਿਖੇ ਵੀਜ਼ਾ ਲਗਵਾਉਣ ਦੀ ਗੱਲ ਕਹੀ ਅਤੇ ਆਪਣਾ ਵੀਜ਼ਾ ਵੀ ਲਗਵਾਇਆ। ਪੀੜਿਤ ਪਤੀ ਪਤਨੀ ਪਹਿਲਾਂ ਹੀ ਕੈਨੇਡਾ ਜਾ ਕੇ ਸੈਟਲ ਹੋਣ ਦੀ ਇੱਛਾ ਰੱਖਦੇ ਸਨ। ਦੋਸ਼ੀ ਨਾਲ ਗੱਲ ਕਰਨ ਤੋਂ ਬਾਅਦ ਪੀੜਿਤ ਆਪਣੇ ਘਰ ਪਰਤ ਗਏ। ਕੁਝ ਦਿਨ ਬਾਅਦ ਮੁਲਜ਼ਮ ਸੌਰਭ ਸਿੰਗਲਾ ਨੇ ਕੁਲਵਿੰਦਰ ਨੂੰ ਫੋਨ ਕਰਕੇ ਪਤੀ ਪਤਨੀ ਦੋਵਾਂ ਦਾ ਵੀਜ਼ਾ ਲਗਵਾਉਣ, ਉੱਥੇ ਨੌਕਰੀ ਦਾ ਪ੍ਰਬੰਧ ਕਰਨ ਅਤੇ ਪੱਕੇ ਤੌਰ ਤੇ ਵਸਨੀਕ ਬਣਾਉਣ ਲਈ ਕਿਹਾ। ਉਹਨਾਂ ਪੀੜਿਤ ਨੂੰ ਭਰੋਸੇ ਵਿੱਚ ਲੈਣ ਲਈ ਕਿਹਾ ਕਿ ਕੋਈ ਵੀ ਵਿਅਕਤੀ ਪਹਿਲਾਂ ਪੈਸੇ ਨਹੀਂ ਲਵੇਗਾ, ਉਹ ਕੰਮ ਕਰਵਾ ਕੇ ਹੀ ਪੈਸੇ ਲੈਣਗੇ। 20 ਜਨਵਰੀ ਨੂੰ ਦੋਸ਼ੀ ਨੇ ਪੀੜਿਤਾ ਤੋਂ PDF ਬਣਾ ਕੇ WhatsApp ਤੇ ਦੋਵਾਂ ਪਤੀ ਪਤਨੀ ਦਾ ਆਧਾਰ ਕਾਰਡ, ਪਾਸਪੋਰਟ, ਸਿੱਖਿਆ ਤੇ ਵਿਆਹ ਦਾ ਸਰਟੀਫਿਕੇਟ ਮੰਗ ਲਿਆ। ਇੱਕ ਹਫ਼ਤੇ ਬਾਅਦ ਉਹਨਾਂ ਨੇ ਫੋਨ ਕਰਕੇ ਪੀੜਿਤ ਤੋਂ ਅੰਬੈਸੀ ਫੀਸ ਦੇ ਨਾਂ ਤੇ $30,000 ਲਏ। 5-6 ਦਿਨਾਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਇੱਕ ਮਾਲ ਬੁਲਾਇਆ ਗਿਆ ਤੇ ਪੀੜਿਤਾਂ ਨੂੰ ਕੈਨੇਡਾ ਦਾ ਸੱਦਾ ਪੱਤਰ ਅਤੇ ਸਪਾਂਸਰਸ਼ਿਪ ਪੱਤਰ ਦਿੱਤਾ ਗਿਆ। 4 ਦਿਨਾਂ ਬਾਅਦ ਪੀੜਿਤ ਨੂੰ ਫੋਨ ਕਰਕੇ ਕਿਹਾ ਕਿ ਵੀਜ਼ੇ ਦਾ ਕੰਮ ਹੋ ਗਿਆ, ਹੁਣ ਸਾਨੂੰ $9 ਲੱਖ ਨਗਦ ਦੇ ਦਿਓ ਤੇ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਲਵਾਂਗੇ। ਪੀੜਿਤ ਨੇ ਗਹਿਣੇ ਵੇਚ ਕੇ ਤੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਮੁਲਜ਼ਮ ਨੂੰ $9 ਲੱਖ ਨਗਦ ਦਿੱਤੇ। 7 ਫਰਵਰੀ ਨੂੰ ਚੰਡੀਗੜ੍ਹ ਦੇ ਐਲੈਂਟੇ ਮਾਲ ਵਿਖੇ ਮੁਲਜ਼ਮ ਪਤੀ ਪਤਨੀ ਦਾ ਬਾਇਓਮੈਟ੍ਰਿਕਸ ਕਰਵਾ ਕੇ ਵੀਜ਼ਾ ਸੈਟਲਮੈਂਟ ਦੇ ਬਹਾਨੇ ਉਹਨਾਂ ਦੇ ਪਾਸਪੋਰਟ ਲੈ ਲਏ। 5 ਦਿਨਾਂ ਬਾਅਦ ਉਸ ਨੇ ਫੋਨ ਕਰਕੇ ਕਿਹਾ ਕਿ ਪੀੜਿਤ ਦਾ ਵੀਜ਼ਾ ਤੇ ਟਿਕਟ ਆ ਗਿਆ ਹੈ ਅਤੇ ਕਿਹਾ ਕਿ ਪੀੜਿਤ ਦੀ 24 ਫਰਵਰੀ ਨੂੰ ਰਾਤ 11 ਵਜੇ IGI 에ਅਰਪੋਰਟ ਤੋਂ ਕੈਨੇਡਾ ਲਈ ਫਲਾਈਟ ਹੈ। ਬਾਕੀ 9 ਲੱਖ ਦਿੱਲੀ ਚ ਲੈਣ ਦੀ ਗੱਲ ਆਖੀ ਗਈ। ਪੀੜਿਤ ਆਪਣੀ ਪਤਨੀ, ਮਾਂ ਅਤੇ ਭਰਾ ਦੇ ਨਾਲ 23 ਫਰਵਰੀ ਨੂੰ ਦਿੱਲੀ ਮਹੀਪਾਲਪੁਰ ਪਹੁੰਚੇ ਅਤੇ ਇੱਕ ਹੋਟਲ ਵਿੱਚ ਠਹਿਰ ਗਏ। ਰਾਤ 10:30 ਵਜੇ ਮੁਲਜ਼ਮ ਸੌਰਭ ਸਿੰਗਲਾ ਨੇ ਫੋਨ ਕਰਕੇ ਕਨੌਟ ਪਲੇਸ ਦੀ ਲੋਕੇਸ਼ਨ ਭੇਜ ਕੇ ਬਾਕੀ ਪੈਸੇ ਉੱਥੇ ਲਿਆਉਣ ਲਈ ਕਿਹਾ। ਮੁਲਜ਼ਮ ਨੇ ਇੱਕ ਰੈਸਟੋਰੈਂਟ ਵਿੱਚ ਪੀੜਿਤ ਤੋਂ $9 ਲੱਖ ਨਕਦ ਲਏ। ਇਸ ਤੋਂ ਬਾਅਦ ਉਹਨਾਂ ਨੇ ਘੱਟ ਰੇਟ ਤੇ ਰੁਪਏ ਕੈਨੇਡੀਅਨ ਡਾਲਰ ਚ ਬਦਲਣ ਦੇ ਬਹਾਨੇ ਹੋਰ $1.25 ਲੱਖ ਲੈ ਲਏ।
20 ਮਿੰਟਾਂ ਬਾਅਦ ਦੋਵਾਂ ਦੇ ਡਾਲਰ, ਪਾਸਪੋਰਟ ਅਤੇ ਫਲਾਈਟ ਟਿਕਟ ਦੇਣ ਅਤੇ ਸ਼ਾਮ 7 ਵਜੇ 에ਅਰਪੋਰਟ ਤੇ ਐਂਟਰੀ ਕਰਵਾਉਣ ਦਾ ਕਹਿ ਕੇ ਮੁਲਜ਼ਮ ਉੱਥੋਂ ਚਲੇ ਗਏ। ਜਦੋਂ ਪੀੜਿਤਾ ਆਰਐਮਐਲ ਹਸਪਤਾਲ ਦੇ ਗੇਟ ਤੇ ਪਹੁੰਚੀ ਤੇ ਕਈ ਵਾਰ ਫੋਨ ਕੀਤਾ ਤਾਂ ਮੁਲਜ਼ਮ ਉਸ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਰਹੇ ਤੇ ਫਿਰ ਮੋਬਾਈਲ ਬੰਦ ਕਰ ਦਿੱਤਾ। ਪੀੜਤ ਨੇ ਰੈਸਟੋਰੈਂਟ ਦੇ ਸਾਹਮਣੇ ਆ ਕੇ ਮੁਲਜ਼ਮਾਂ ਦੀ ਭਾਲ ਕੀਤੀ ਅਤੇ ਜਦੋਂ ਉਹ ਨਾ ਮਿਲੇ ਤਾਂ ਉਹਨਾਂ ਨੇ 112 ਤੇ ਪੁਲਿਸ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਪੀੜਤਾਂ ਦੀ ਸ਼ਿਕਾਇਤ ਤੇ ਕਨੌਟ ਪਲੇਸ ਥਾਣੇ 'ਚ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰਾਂ ਨੇ ਆਪਣਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਦੱਖਣੀ ਕੈਰੋਲੀਨਾ ਸੂਬੇ ਵਿੱਚ ਹੋਈਆਂ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਆਪਣੀ ਭਾਰਤੀ ਮੂਲ ਦੀ ਵਿਰੋਧੀ ਨਿੱਕੀ ਹੈਲੀ ਨੂੰ ਹਰਾਇਆ ਹੈ। ਜਿੱਤ ਦਾ ਅੰਤਰ ਅਜੇ ਪਤਾ ਨਹੀਂ ਹੈ। ਨਿੱਕੀ ਹੈਲੀ ਘਰੇਲੂ ਮੈਦਾਨ ਤੇ ਹਾਰ ਗਏ ਨੇ। ਦੱਸਣਯੋਗ ਹੈ ਕਿ ਇਹ ਨਿੱਕੀ ਹੈਲੀ ਦਾ ਗ੍ਰਹਿ ਰਾਜ ਹੈ। ਇਸ ਵੱਡੀ ਜਿੱਤ ਤੋਂ ਬਾਅਦ ਟਰੰਪ ਨੇ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦਿਸ਼ਾ 'ਚ ਮਜ਼ਬੂਤ ਕਦਮ ਚੁੱਕਿਆ ਹੈ। ਹੁਣ ਉਹਨਾਂ ਦਾ ਸਾਹਮਣਾ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਨਿੱਕੀ ਹੈਲੀ 2 ਵਾਰ ਗਵਰਨਰ ਰਹਿ ਚੁੱਕੇ ਨੇ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਇਥੋਂ ਜ਼ਬਰਦਸਤ ਸਮਰਥਨ ਮਿਲਿਆ ਹੈ। ਚੋਣਾਂ ਤੋਂ ਬਾਅਦ ਜਾਰੀ ਪੋਲ ਦੇ ਆਧਾਰ ਤੇ ਉਹਨਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਟਰੰਪ ਤੇ ਅਪਰਾਧਿਕ ਦੋਸ਼ਾਂ ਦੇ ਬਾਵਜੂਦ ਟਰੰਪ ਨੂੰ ਇੱਥੇ ਵੱਡੀ ਲੀਡ ਹਾਸਲ ਹੋਈ ਹੈ ਅਤੇ 2 ਵਾਰ ਗਵਰਨਰ ਰਹਿ ਚੁੱਕੀ ਦੱਖਣੀ ਕੈਰੋਲੀਨਾ ਦੀ ਮੂਲ ਨਿਵਾਸੀ ਨਿੱਕੀ ਹੈਲੀ ਵੀ ਟਰੰਪ ਤੋਂ ਹਾਰ ਗਏ ਨੇ। ਹੈਲੀ ਇਕਲੌਤੀ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਸੀ ਜੋ ਟਰੰਪ ਨੂੰ ਚੁਣੌਤੀ ਦਿੰਦੀ ਨਜ਼ਰ ਆਈ। ਇਸ ਹਾਰ ਤੋਂ ਬਾਅਦ ਉਹਨਾਂ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਦੀ ਸੰਭਾਵਨਾ ਵੀ ਵੱਧ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ ਤੇ ਜੁਰਮਾਨੇ ਦੀ ਤਲਵਾਰ ਲਟਕ ਰਹੀ ਹੈ। ਨਿਊਯਾਰਕ ਦੇ ਇੱਕ ਜੱਜ ਵੱਲੋਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ 3762 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਸ਼ੁੱਕਰਵਾਰ ਤੋਂ ਪ੍ਰਭਾਵੀ ਹੋ ਗਿਆ ਹੈ। ਹੁਣ ਉਹਨਾਂ ਨੂੰ ਜਲਦੀ ਹੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ ਜਾਂ ਕਿਸੇ ਕੰਪਨੀ ਨੂੰ ਆਪਣੀ ਤਰਫੋਂ ਬੌਂਡ ਜਮ੍ਹਾਂ ਕਰਵਾਉਣ ਲਈ ਮਨਾਉਣਾ ਹੋਵੇਗਾ। ਬੌਂਡ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ। ਟਰੰਪ ਕੋਲ ਇਸ ਸਮੇਂ ਲੋੜੀਂਦੀ ਨਕਦੀ ਨਹੀਂ ਹੈ। ਮਾਣਹਾਨੀ ਦੇ ਇੱਕ ਹੋਰ ਮਾਮਲੇ 'ਚ ਟਰੰਪ ਤੇ 690 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੇਕਰ ਟਰੰਪ ਕਿਸੇ ਕੰਪਨੀ ਨੂੰ ਬੌਂਡ ਜਮ੍ਹਾਂ ਕਰਵਾਉਣ ਲਈ ਮਨਾ ਲੈਂਦੇ ਨੇ ਤਾਂ ਉਹਨਾਂ ਨੂੰ ਕੰਪਨੀ ਨੂੰ 3% ਫੀਸ ਅਦਾ ਕਰਨੀ ਪਵੇਗੀ। ਬੌਂਡ ਜਮ੍ਹਾਂ ਕਰਵਾਉਣ ਤੇ ਟਰੰਪ ਦੀ ਅਪੀਲ ਤੇ ਸੁਣਵਾਈ ਦੌਰਾਨ ਨਿਊਯਾਰਕ ਦੇ ਅਟਾਰਨੀ ਜਨਰਲ 3762 ਕਰੋੜ ਰੁਪਏ ਦਾ ਜੁਰਮਾਨਾ ਨਹੀਂ ਵਸੂਲ ਸਕਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਟਾਰਨੀ ਜਨਰਲ ਲੈਟੀਆ ਜੇਮਸ ਕਿਸੇ ਵੀ ਸਮੇਂ ਰਕਮ ਦੀ ਵਸੂਲੀ ਕਰਨ ਦੇ ਯੋਗ ਹੋਣਗੇ। ਸੰਭਾਵਨਾ ਹੈ ਕਿ ਜੇਮਸ ਟਰੰਪ ਨੂੰ 30 ਦਿਨਾਂ ਦਾ ਸਮਾਂ ਦੇਣਗੇ, ਪਰ ਜੇਕਰ ਉਹ 25 ਮਾਰਚ ਤੱਕ ਬੌਂਡ ਪੋਸਟ ਕਰਨ ਵਿੱਚ ਅਸਮਰਥ ਹੁੰਦੇ ਨੇ ਅਤੇ ਅਪੀਲ ਅਦਾਲਤ ਉਹਨਾਂ ਨੂੰ ਵਾਧੂ ਸਮਾਂ ਨਹੀਂ ਦਿੰਦੀ ਤਾਂ ਉਹਨਾਂ ਨੂੰ ਬਹੁਤ ਕੁਝ ਗਵਾਉਣਾ ਪੈ ਸਕਦਾ ਹੈ। ਅਟਾਰਨੀ ਜਨਰਲ ਦਾ ਦਫ਼ਤਰ ਨਿਊਯਾਰਕ ਵਿੱਚ ਟਰੰਪ ਦੀਆਂ ਕੁਝ ਜਾਇਦਾਦਾਂ ਨੂੰ ਵੀ ਜ਼ਬਤ ਕਰ ਸਕਦਾ ਹੈ। ਇੱਥੋਂ ਤੱਕ ਕਿ ਟਰੰਪ ਟਾਵਰ ਜਾਂ 40 ਵਾਲ ਸਟਰੀਟ ਦੀਆਂ ਕੀਮਤੀ ਜਾਇਦਾਦਾਂ ਨੂੰ ਵੀ ਖਤਰਾ ਹੈ। ਟਰੰਪ ਕੋਲ 2900 ਕਰੋੜ ਰੁਪਏ ਨਕਦ ਨੇ। ਡੋਨਾਲਡ ਟਰੰਪ ਦੀ ਕੁੱਲ ਜਾਇਦਾਦ ਉਸਦੀ ਰੀਅਲ ਏਸਟੇਟ ਦੇ ਮੁੱਲ ਤੇ ਆਧਾਰਿਤ ਹੈ। ਅਜਿਹੇ ਸ਼ੇਅਰ ਅਤੇ ਬੌਂਡ ਵੀ ਨੇ ਜੋ ਉਹ ਜਲਦਬਾਜ਼ੀ ਵਿੱਚ ਵੇਚ ਸਕਦੇ ਨੇ, ਪਰ ਇਹ ਰਕਮ ਉਹਨਾਂ ਦੀ ਲੋੜ ਅਨੁਸਾਰ ਘੱਟ ਹੋਵੇਗੀ। ਧੋਖਾਧੜੀ ਅਤੇ ਮਾਣਹਾਨੀ ਦੇ ਮਾਮਲਿਆਂ ਦੀ ਸਜ਼ਾ ਇਸ ਤੋਂ ਵੱਧ ਹੈ। ਅਟਾਰਨੀ ਜਨਰਲ ਨੇ ਪਿਛਲੇ ਸਾਲ ਟਰੰਪ ਦੇ ਖਿਲਾਫ ਮੁਕੱਦਮਾ ਸ਼ੁਰੂ ਕੀਤਾ ਸੀ। ਉਹਨਾਂ ਤੇ ਕਰਜ਼ਾ ਲੈਣ ਲਈ ਆਪਣੀ ਜਾਇਦਾਦ ਨੂੰ ਵਧਾਉਣ ਦਾ ਦੋਸ਼ ਹੈ। ਇਸ ਮਹੀਨੇ ਜੱਜ ਆਰਥਰ ਨਗੋਰੋਨ ਨੇ ਟਰੰਪ ਨੂੰ ਦੋਸ਼ੀ ਪਾਇਆ ਅਤੇ ਕਈ ਸਜ਼ਾਵਾਂ ਸੁਣਾਈਆਂ। ਇਹਨਾਂ ਵਿੱਚੋਂ 2942 ਕਰੋੜ ਰੁਪਏ ਦਾ ਜੁਰਮਾਨਾ ਸਭ ਤੋਂ ਸਖਤ ਸਜ਼ਾ ਹੈ। ਸ਼ੁੱਕਰਵਾਰ ਤੱਕ ਵਿਆਜ ਦੀ ਬਕਾਇਆ ਰਕਮ ਵੱਧ ਕੇ 3762 ਕਰੋੜ ਰੁਪਏ ਹੋ ਗਈ। ਟਰੰਪ ਨੇ ਦੋਵਾਂ ਮਾਮਲਿਆਂ ਵਿੱਚ ਅਪੀਲ ਬੌਂਡ ਪੋਸਟ ਨਹੀਂ ਕੀਤੇ। ਸ਼ੁੱਕਰਵਾਰ ਨੂੰ ਟਰੰਪ ਦੇ ਵਕੀਲਾਂ ਨੇ ਜੱਜ ਨੂੰ ਕਿਹਾ ਕਿ ਉਹ ਉਸ ਨੂੰ ਹੋਰ ਸਮਾਂ ਦੇਣ ਜਾਂ ਬੌਂਡ ਦੀ ਰਕਮ ਘੱਟ ਕਰਨ। ਤੇ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਚੋਣਵੀਆਂ ਖਬਰਾਂ ਤੇ। ਲਗਜ਼ਰੀ ਕਾਰਾਂ ਦੀ ਚੋਰੀ ਕੈਨੇਡਾ 'ਚ ਬਣਿਆ ਰਾਸ਼ਟਰੀ ਸੰਕਟ। ਪ੍ਰਧਾਨ ਮੰਤਰੀ ਟਰੂਡੋ ਨੇ ਚੋਰੀ ਦੀਆਂ ਘਟਨਾਵਾਂ ਤੇ ਜਤਾਈ ਚਿੰਤਾ। ਕੈਨੇਡਾ ਸਰਕਾਰ ਦੇ ਭਾਰਤ ਪ੍ਰਤੀ ਸੁਰ ਬਦਲਣ ਲੱਗੇ। ਭਾਰਤ ਨਾਲ ਸਬੰਧ ਸੁਧਾਰਨ 'ਚ ਲੱਗੇ ਟਰੂਡੋ ਦੇ ਮੰਤਰੀ। ਪੰਜਾਬੀ ਨਵਿੰਦਰ ਗਿੱਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ। ਨਵਿੰਦਰ ਗਿੱਲ ਤੇ ਲੱਗੇ ਨੇ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼। ਅਤੇ ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉੱਤੇ ਨਹੀਂ ਪਵੇਗਾ ਵਿੱਤੀ ਬੋਝ। ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਿੱਤਾ ਭਰੋਸਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।